नानक होसी भी सच। हे प्राण नाथ काई अपना बिरद पछाण। हाथ दे राखे कर अपने सदा सदा रंगमान। साचा साहिब सद मेहरवान। बंद पाया मेरा सतगुर पूरै होई सर्व कल्याण रहाओ। जियो पाए बिन जिन साजिया दिता पहनन खान। अपने दास की आप पैज राखी नानक सद कुरबान। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। बड़भागा समा सतगुरु जी के चरणों में जुड़ के बैठण का सत संगत करन का प्राप्त होया है। ऐसे समय बारे गुरबाणी विच बचन आउंदे हन। माई चरण गुर मीठे वड्डे भाग देवै परमेश्वर। कोट फलां दर्शन गुर डिठे। ਵੱਡਿਆਂ ਭਾਗਾਂ ਵਾਲੇ ਜੀਵਾਂ ਨੂੰ ਇਹ ਸਮਾਂ ਪ੍ਰਾਪਤ ਹੁੰਦਾ ਹੈ। ਸੋ ਆਓ ਇਸ ਸਮੇਂ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜ ਕੇ। ਸੋਠ ਰਾਗ ਦੇ ਵਿੱਚ ਇਸ ਸਮੇਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋਠ ਮਹੱਲਾ ਪੰਜਵਾਂ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਫਰਮਾਨ ਕਰ ਰਹੇ ਹਨ। 619 ਅੰਗ ਤੇ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਕੋਈ ਜਗਿਆਸੂ ਗੁਰੂ ਚਰਨਾਂ ਦੇ ਵਿੱਚ ਆਉਂਦਾ ਹੈ ਭੈ ਭਾਵਨੀ ਦੇ ਸਹਿਤ ਤਾਂ ਉਹ ਵਾਹਿਗੁਰੂ ਬੜਾ ਹੀ ਪ੍ਰਸੰਨ ਹੁੰਦਾ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਦੁਆਰਾ ਹੀ ਜੀਵ ਦਾ ਭਲਾ ਕਰਨਾ ਹੈ। ਦੁਨੀਆ 'ਤੇ ਸਾਖਿਆਤ ਪਰਮਾਤਮਾ ਨੂੰ ਜੇ ਵੇਖਣਾ ਹੋਵੇ ਤਾਂ ਉਹ ਸੱਚੇ ਗੁਰੂ ਦੇ ਰੂਪ ਦੇ ਵਿੱਚ ਹੈ। ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਤੇ ਪਾਤਸ਼ਾਹ ਫਰਮਾਨ ਕਰਦੇ ਨੇ ਸਤਿਗੁਰੂ ਦੀ ਸ਼ਰਨ ਵਿੱਚ ਜਦੋਂ ਵੀ ਕੋਈ ਆਵੇ ਸਤਿਗੁਰੂ ਦਾ ਇਹ ਸੁਭਾਅ ਹੈ ਇਹ ਬਿਰਧ ਹੈ। ਉਹ ਜੀਵ ਦੇ ਔਗੁਣਾਂ ਵੱਲ ਨਹੀਂ ਵੇਖਦਾ। ਉਹ ਵੇਖਦਾ ਜੀਵ ਕੈਸੀ ਭਾਵਨਾ ਨਾਲ ਆਇਆ ਹੈ। ਸਤਿਗੁਰੂ ਪਾਤਸ਼ਾਹ ਜੀ ਉਸ ਅਵਸਥਾ ਦਾ ਇੱਥੇ ਜ਼ਿਕਰ ਕਰ ਰਹੇ ਹਨ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਆਪਣੇ ਬਿਰਦ ਨੂੰ ਪਛਾਣਦਿਆਂ ਹੋਇਆ ਆਪਣੇ ਸੁਭਾਅ ਨੂੰ ਬਿਰਦ ਮੈਨੇ ਸੁਭਾਅ। ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਏ ਤਾਂ ਉਹਨੇ ਆਪਣੇ ਸੁਭਾਅ ਦੇ ਮੁਤਾਬਕ ਸਾਡੇ ਕਰਮਾਂ ਵੱਲ ਨਹੀਂ ਵੇਖਿਆ।
ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਵਾਹਿਗੁਰੂ ਦੇ ਐਸੇ ਸੁਭਾਅ ਨੂੰ ਬਿਆਨ ਕਰਦੇ ਹਨ। ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਇਹ ਵਾਹਿਗੁਰੂ ਜਦੋਂ ਮੈਂ ਸੁਣਦਾ ਤੂੰ ਭਗਤ ਵਸ਼ਲ ਹੈ। ਕਿਉਂਕਿ ਆਪਾਂ ਨੂੰ ਇਹ ਵੀ ਕਥਾ ਸੁਣਨ ਨੂੰ ਮਿਲਦੀ ਹੈ ਕਿ ਰੱਬ ਆਪਣੇ ਭਗਤਾਂ ਦਾ ਸਦਾ ਸਹਾਇਕ ਹੁੰਦਾ ਹੈ, ਉਹਨਾਂ ਦੀ ਹਰ ਸਮੇਂ ਸਹਾਇਤਾ ਕਰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਏ ਵਾਹਿਗੁਰੂ ਮੈਂ ਨਿਰਾਸ਼ ਹੋ ਜਾਂਦਾ ਹਾਂ। ਕਿਉਂ ਜੀ? ਕਹਿੰਦੇ ਮੇਰੀ ਕੋਈ ਭਗਤੀ ਨਹੀਂ ਹੈ, ਮੇਰੀ ਕੋਈ ਬੰਦਗੀ ਨਹੀਂ ਹੈ। ਵੀ ਵੱਡੇ ਔਗਣ ਦੱਸਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਉਹ ਸਾਰੇ ਮੇਰੇ ਵਿੱਚ ਹਨ। ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ, ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਕੋਰ, ਠਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਇਹ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ 20 ਔਗਣ ਦੱਸੇ ਨੇ ਵੱਡੇ ਜਿਹੜੇ ਹਨ। ਕਹਿੰਦੇ ਉਹ ਸਾਰੇ ਹੀ ਮੇਰੇ ਵਿੱਚ ਹਨ। ਭਗਤ ਵਸ਼ਲ ਸੁਣ ਹੋਤ ਹੋਂ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰਧਾਰੋ। ਜਦੋਂ ਮੈਂ ਸੁਣਦਾ ਤੂੰ ਪਤਤਾਂ ਨੂੰ ਵੀ ਪਾਵਨ ਕਰਨ ਵਾਲਾ ਹੈ ਤਾਂ ਮੇਰੀ ਆਸ ਬੱਝ ਜਾਂਦੀ ਹੈ ਕਿ ਮੇਰਾ ਵੀ ਭਲਾ ਹੋ ਜਾਵੇਗਾ। ਵਾਹਿਗੁਰੂ ਦਾ ਇਹ ਸੁਭਾਅ ਹੈ, ਵਾਹਿਗੁਰੂ ਦਾ ਇਹ ਬਿਰਧ ਹੈ ਕਿ ਉਹਦੀ ਸ਼ਰਨ ਵਿੱਚ ਕੋਈ ਵੀ ਆ ਜਾਵੇ, ਕਿੱਡਾ ਵੀ ਵੱਡਾ ਗੁਨਾਹਗਾਰ ਹੋਵੇ, ਵਾਹਿਗੁਰੂ ਉਹਨੂੰ ਬਖਸ਼ ਲੈਂਦਾ ਹੈ। ਹੇ ਵਾਹਿਗੁਰੂ, ਤੂੰ ਆਪਣੇ ਉਸੇ ਸੁਭਾਅ ਦੇ ਮੁਤਾਬਕ ਸਾਡੇ ਕਰਮਾਂ ਵੱਲ ਨਹੀਂ ਵੇਖਿਆ, ਆਪਣੇ ਬਿਰਧ ਨੂੰ ਪਛਾਣਿਆ ਹੈ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਤੇ ਹੱਥ ਦੇ ਕੇ ਤੂੰ ਸਾਡੀ ਰੱਖਿਆ ਕੀਤੀ ਹੈ। ਕਿਉਂਕਿ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਵੇ, ਵਾਹਿਗੁਰੂ ਫਿਰ ਉਹਦੀ ਰੱਖਿਆ ਕਰਦਾ ਹੈ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਹੱਥ ਦੇ ਕੇ ਰੱਖਿਆ, ਸਦਾ ਸਦਾ ਉਹਦੇ ਨਾਮ ਰੰਗ ਨੂੰ ਮਾਨਣਾ ਕਰ। ਨਾਮ ਜਪ ਕੇ ਆਤਮਕ ਰੰਗ ਨੂੰ ਮਾਨਣਾ ਕਰ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਸੱਚਾ ਸਾਹਿਬ ਹੈ, ਸਦ ਮਿਹਰਬਾਨ। ਵਾਹਿਗੁਰੂ ਸਦਾ ਹੀ ਮਿਹਰਬਾਨ ਹੈ। ਆਪਾਂ ਵੇਖਦੇ ਹਾਂ ਦੁਨੀਆ ਦੇ ਵਿੱਚ ਮਨੁੱਖ ਵੀ ਕੁਝ ਦਾਨ ਕਰਦਾ ਹੈ, ਕੁਝ ਗਲਤੀਆਂ ਮਾਫ ਕਰਦਾ ਹੈ, ਪਰ ਕੋਈ ਵੀ ਮਨੁੱਖ ਵਾਹਿਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂਕਿ ਆਪਾਂ ਕਿਸੇ ਬਾਦਸ਼ਾਹ ਕੋਲੋਂ ਮੰਗਣ ਜਾਈਏ, ਉਹ ਆਪਾਂ ਨੂੰ ਕੁਝ ਦੇ ਸਕਦਾ ਹੈ, ਕੁਝ ਨਹੀਂ ਵੀ ਦੇ ਸਕਦਾ। ਔਰ ਇਹ ਵੀ ਹੋ ਸਕਦਾ ਹੈ ਉਹ ਕਹਿ ਦੇਵੇ, ਮੇਰੇ ਕੋਲ ਇਸ ਸਮੇਂ ਸਮਾਂ ਨਹੀਂ ਹੈ ਤੈਨੂੰ ਕੁਝ ਦੇਣ ਦਾ। ਫਿਰ ਉਹ ਅੱਧੀ ਰਾਤ ਨੂੰ ਆਪਾਂ ਉਹਨੂੰ ਜਾ ਕੇ ਨਹੀਂ ਬਿਠਾ ਸਕਦੇ, ਅੱਧੀ ਰਾਤ ਨੂੰ ਉਹਦੇ ਦਰ 'ਤੇ ਪੁਕਾਰ ਨਹੀਂ ਕਰ ਸਕਦੇ। ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਵਾਹਿਗੁਰੂ ਨਿਰੰਕਾਰ ਨੂੰ ਜੀਵ ਕਦੋਂ ਵੀ ਪੁਕਾਰੇ, ਉਹ ਸਦਾ ਹੀ ਮਿਹਰਬਾਨ ਹੈ। ਆਪਾਂ ਕਿਸੇ ਬੰਦੇ ਕੋਲ ਜਾਈਏ, ਉਹ ਬੰਦਾ ਆਖੇ ਮੈਂ ਤੇਰੀ ਮਦਦ ਕਰਾਂਗਾ, ਆਪਾਂ ਉਹਨੂੰ ਅੱਧੀ ਰਾਤ ਨੂੰ ਜਾ ਕੇ ਬਿਠਾਈਏ, ਉਹ ਆਖੇਗਾ ਭਰਾਵਾ ਕਿਹੜੇ ਟਾਈਮ ਆ ਗਿਆ ਹੈ। ਭਾਵੇਂ ਮੈਂ ਤੈਨੂੰ ਆਖਿਆ ਮੈਂ ਤੇਰੀ ਮਦਦ ਕਰਾਂਗਾ, ਪਰ ਹੁਣ ਸਮਾਂ ਨਹੀਂ, ਸਵੇਰੇ ਆਵੀਂ ਤੂੰ। ਵਾਹਿਗੁਰੂ ਨਿਰੰਕਾਰ ਸਦਾ ਹੀ ਮਿਹਰਬਾਨ ਹੈ ਔਰ ਹਰ ਇੱਕ ਥਾਂ 'ਤੇ ਮਿਹਰਬਾਨ ਹੈ। ਹਰ ਇੱਕ ਥਾਂ 'ਤੇ ਹਰ ਇੱਕ ਸਮੇਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਹਾਲਾਤ ਹੋਵੇ, ਉਹਦੇ ਵਿੱਚ ਵਾਹਿਗੁਰੂ ਸਾਡੀ ਸਹਾਇਤਾ ਕਰਦਾ। ਉਹ ਸਦਾ ਹੀ ਮਿਹਰਬਾਨ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਹ ਜਿਹੜੀ ਬਖਸ਼ਿਸ਼ ਹੋਈ ਹੈ ਕਿ ਵਾਹਿਗੁਰੂ ਪਰਮਾਤਮਾ ਨਾਲ ਸਾਡਾ ਸੰਬੰਧ ਜੁੜਿਆ ਹੈ, ਵਾਹਿਗੁਰੂ ਨਾਲ ਸਾਡੀ ਸੁਰਤ ਜੁੜੀ ਹੈ। ਇਹ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਮੇਰਾ ਮਨ ਜਿਹੜਾ ਭਟਕ ਰਿਹਾ ਸੀ ਵਿਕਾਰਾਂ ਵਿੱਚ, ਇਹਨੂੰ ਬੰਦ ਪਾ ਦਿੱਤਾ, ਇਸ ਮਨ ਨੂੰ ਟਿਕਾ ਦਿੱਤਾ। ਕਿਉਂਕਿ ਭੂਲਾ ਮਨ ਜਿਹੜਾ ਹੈ ਉਹ ਗੁਰੂ ਦੁਆਰਾ ਹੀ ਵਸ ਵਿੱਚ ਆਉਂਦਾ ਹੈ। ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਾਸਰੇ ਹਿਰਦੈ ਗੁਰ ਚਰਨ ਪਿਆਰੇ। ਜਦੋਂ ਸਾਡੇ ਸਤਿਗੁਰੂ ਨੇ ਮਨ ਨੂੰ ਟਿਕਾ ਦਿੱਤਾ, ਇਸ ਮਨ ਨੂੰ ਸਭ ਤਰ੍ਹਾਂ ਕਰਕੇ ਬੰਨ੍ਹ ਪਾ ਦਿੱਤਾ, ਤਾਂ ਸਭ ਤਰ੍ਹਾਂ ਕਰਕੇ ਸਾਡੀ ਕਲਿਆਣ ਹੋਈ ਹੈ। ਭਾਵ ਸਭ ਤਰ੍ਹਾਂ ਕਰਕੇ ਸੁਖ ਪ੍ਰਾਪਤ ਹੋਇਆ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਜੀਓ ਪਾਏ ਪਿੰਡ ਜਿਨ ਸਾਜਿਆ, ਜੀਓ ਮੈਨੇ ਜਿੰਦ ਸਾਡੀ ਜੀਵਾਤਮਾ, ਪਿੰਡ ਮੈਨੇ ਸਰੀਰ, ਜਿਸ ਵਾਹਿਗੁਰੂ ਨੇ ਸਰੀਰ ਦੇ ਵਿੱਚ ਸਰੀਰ ਦਾ ਆਕਾਰ ਬਣਾ ਕੇ ਇਹਦੇ ਵਿੱਚ ਆਤਮਾ ਨੂੰ ਪਾਇਆ ਹੈ। ਬੜਾ ਸੋਹਣਾ ਸਰੀਰ ਨੂੰ ਸਾਜਿਆ ਔਰ ਇਹਦੇ ਜਨਮ ਲੈਣ ਤੋਂ ਪਹਿਲਾਂ ਹੀ ਪਹਿਲੋਂ ਦੇ ਤੈ ਰਿਜ਼ਕ ਉਪਾਹਾ, ਜੀਵ ਦਾ ਰਿਜ਼ਕ ਸੰਸਾਰ ਵਿੱਚ ਤੂੰ ਪੈਦਾ ਕਰ ਦਿੱਤਾ। ਹੇ ਵਾਹਿਗੁਰੂ ਨਿਰੰਕਾਰ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਜੀਵਨ ਨੂੰ ਸਾਜਿਆ ਸਵਾਰਿਆ ਅਤੇ ਪਹਿਨਣ ਖਾਣ ਸਾਰੇ ਪਦਾਰਥ ਦੇਣੇ ਕੀਤੇ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿ ਕੁਰਬਾਨ। ਹੇ ਵਾਹਿਗੁਰੂ, ਤੂੰ ਆਪਣੇ ਸੇਵਕਾਂ ਦੀ ਆਪ ਲੋਕ ਪਰਲੋਕ ਦੇ ਵਿੱਚ ਪੈਜ ਰੱਖੀ ਹੈ। ਅਸੀਂ ਤੇਰੇ ਤੋਂ ਸਦਾ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਸੋਠ ਮਹੱਲਾ ਪੰਜਵਾਂ। 620 ਅੰਗ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ। ਜਦੋਂ ਕੋਈ ਵਾਹਿਗੁਰੂ ਦਾ ਨਾਮ ਜਪਦਾ ਹੈ, ਪਾਪ ਹਰ ਇੱਕ ਮਨੁੱਖ ਦੇ ਅੰਦਰ ਚੱਲਦਾ ਹੈ। ਅਪਰਾਧ ਸਾਰੇ ਨਹੀਂ ਕਰਦੇ, ਅਪਰਾਧ ਘੱਟ ਕਰਦੇ ਨੇ। ਪਾਪ ਤਕਰੀਬਨ ਸਾਰੀ ਦੁਨੀਆ ਕਰਦੀ ਹੈ। ਪਾਪ ਅਤੇ ਅਪਰਾਧ ਦੇ ਵਿੱਚ ਫਰਕ ਹੁੰਦਾ ਹੈ। ਪਾਪ ਜੋ ਆਪਾਂ ਮਨ ਦੇ ਤਲ 'ਤੇ ਚਿਤਵਦੇ ਹਾਂ, ਅਪਰਾਧ ਜੋ ਆਪਾਂ ਤਨ ਦੇ ਤਲ 'ਤੇ ਕਰਦੇ ਹਾਂ, ਉਹਨੂੰ ਅਪਰਾਧ ਕਿਹਾ ਜਾਂਦਾ ਹੈ। ਪਾਪ ਜੋ ਸਾਡੇ ਮਨ ਵਿੱਚ ਚੱਲਦਾ ਹੈ, ਮਾੜੇ ਫੁਰਨੇ, ਇਹ ਪਾਪ ਹੀ ਹਨ। ਕੋਈ ਮਨੁੱਖ ਇਹ ਨਹੀਂ ਹੱਥ ਖੜਾ ਕਰਕੇ ਕਹਿ ਸਕਦਾ ਵੀ ਮੇਰੇ ਮਨ ਵਿੱਚ ਕਦੇ ਕੋਈ ਪਾਪ ਨਹੀਂ ਆਇਆ। ਮਨ ਵਿੱਚ ਪਾਪ ਚੱਲਦਾ ਹੈ, ਤਾਂ ਹੀ ਤੇ ਮਹਾਰਾਜ ਕਹਿੰਦੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਪਾਪੀ ਜੀਵ ਉਹ ਸਦਾ ਦੁਖੀ ਹੀ ਰਹਿੰਦਾ ਹੈ, ਕਿਉਂਕਿ ਪਾਪ ਚੱਲਦਾ ਹੈ ਮਨ ਦੇ ਤਲ 'ਤੇ। ਔਰ ਆਪਾਂ ਦੁਖੀ ਕਿੱਥੇ ਹੁੰਦੇ ਹਾਂ? ਮਨ ਦੇ ਤਲ 'ਤੇ। ਇਹਨਾਂ ਆਪਾਂ ਸਰੀਰ ਕਰਕੇ ਦੁਖੀ ਨਹੀਂ ਹਾਂ, ਜਿੰਨਾ ਮਨ ਕਰਕੇ। ਮਨ ਦੇ ਵਿੱਚ ਕਿਹੜੇ ਪਾਪ ਨੇ? ਬੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਾਹ, ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਦੂਜੇ ਬਾਰੇ ਮਾੜਾ ਸੋਚਣਾ, ਈਰਖਾ, ਦਵੈਸ਼ ਇਤਿਆਦਿ ਕੇ ਬਹੁਤ ਸਾਰੇ ਮਨ ਦੇ ਪਾਪ ਹਨ। ਮਹਾਰਾਜ ਕਹਿੰਦੇ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸਾਡਾ ਉਹ ਸਾਰਾ ਪਾਪ ਖਤਮ ਕਰ ਦਿੱਤਾ। ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ। ਤੇ ਮਹਾਰਾਜ ਕਹਿੰਦੇ ਸਾਰੇ ਹੀ ਸੰਸਾਰ ਦਾ ਭਲਾ ਕੀਤਾ। ਭਾਵ ਜਿਸ ਗੁਰਮੁਖ ਦੇ ਅੰਦਰੋਂ ਪਾਪ ਖਤਮ ਹੋ ਗਿਆ, ਉਹ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ। ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ,
ਭਾਵ ਉਹ ਸਾਰੇ ਮਨੁੱਖਾਂ ਨੂੰ ਮਨੁੱਖ ਦੀ ਤਰ੍ਹਾਂ ਵੇਖਦਾ ਹੈ। ਉਹ ਧਰਮ ਤੋਂ ਅੱਗੇ ਲੰਘ ਜਾਂਦਾ ਹੈ, ਧਰਮ ਦੀ ਹੱਦਬੰਦੀ ਤੋਂ ਅੱਗੇ ਲੰਘ ਜਾਂਦਾ ਹੈ। ਉਹ ਭਲਾ ਕਰਨ ਲੱਗਾ ਇਹ ਨਹੀਂ ਵੇਖਦਾ ਵੀ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਹੋਰ ਹੈ। ਜਦੋਂ ਤੱਕ ਮਨੁੱਖ ਪਾਪ ਤੋਂ ਬਾਹਰ ਨਹੀਂ ਹੋਇਆ ਉਦੋਂ ਤੱਕ ਇਹ ਵੇਖਦਾ ਹੈ ਇਹ ਮੇਰਾ ਆਪਣਾ ਹੈ, ਇਹ ਬਗਾਨਾ ਹੈ, ਇਹ ਫਲਾਣਾ ਹੈ, ਇਹ ਫਲਾਣਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ। ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ, ਆਪਣਾ ਬਿਰਦ ਉਹਨੇ ਸੰਭਾਲਿਆ, ਆਪਣਾ ਸੁਭਾਅ ਜਿਹੜਾ ਉਹਦੇ ਮੁਤਾਬਕ ਇਹ ਬਖਸ਼ਿਸ਼ ਕੀਤੀ ਹੈ। ਉਹਦੀ ਸ਼ਰਨ ਵਿੱਚ ਜਿਹੜਾ ਵੀ ਆਵੇ ਉਹਦੇ ਪਾਪ ਨੂੰ ਉਹ ਦੂਰ ਕਰ ਦਿੰਦਾ ਹੈ ਅਤੇ ਉਹਦੇ ਵਿੱਚ ਸ਼ਕਤੀ ਭਰ ਦਿੰਦਾ ਵੀ ਉਹ ਦੂਜਿਆਂ ਦਾ ਭਲਾ ਕਰ ਸਕੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕੋਡੇ ਰਾਖਸ਼ 'ਤੇ। ਅੱਗੇ ਵੀ ਆਪਾਂ ਇੱਕ ਦਿਨ ਸਾਂਝ ਪਾਈ ਸੀ, ਕੋਡਾ ਰਾਖਸ਼ ਨਹੀਂ ਸੀ, ਉਹ ਭੀਲ ਜਿਹੜੇ ਹੁੰਦੇ ਨੇ ਨਾ ਜੰਗਲਾਂ ਵਿੱਚ ਰਹਿਣ ਵਾਲੇ, ਉਹਨਾਂ ਦੇ ਵਿੱਚੋਂ ਸੀ, ਪਰ ਉਹ ਬੰਦੇ ਵੀ ਮਾਰ ਕੇ ਖਾ ਲੈਂਦੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਪਾਪ ਨੂੰ ਦੂਰ ਕਰਕੇ ਉਹਦੇ ਵਿੱਚ ਸ਼ਕਤੀ ਭਰਤੀ ਕਿ ਉਹ ਦੂਜਿਆਂ ਨੂੰ ਵੀ ਨਾਮ ਨਾਲ ਜੋੜੇ, ਕਿਉਂਕਿ ਉਹ ਸਾਰੇ ਭੀਲਾਂ ਦਾ ਮੁਖੀ ਸੀ। ਅਤੇ ਮਹਾਰਾਜ ਜੀ ਨੇ ਉਹਦੇ 'ਤੇ ਬਖਸ਼ਿਸ਼ ਕੀਤੀ। ਉਹਦੇ ਪਿੱਛੇ ਉਹ ਜਿੰਨੇ ਵੀ ਭੀਲ ਉਹ ਵੀ ਸਾਰੇ ਰੱਬ ਦਾ ਨਾਮ ਜਪਣ ਲੱਗ ਪਏ, ਸ਼ੁਭ ਮਾਰਗ 'ਤੇ ਚੱਲ ਪਏ। ਉਹਨੇ ਹੋਰ ਵੀ ਬਹੁਤ ਵੱਡਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਸੱਜਣ ਠੱਗ ਜਿਹੜਾ ਸੀ ਉਹਦੇ 'ਤੇ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਪਾਪ ਨੂੰ ਦੂਰ ਕਰਕੇ ਉਹਦੇ ਵਿੱਚ ਵੀ ਇਹ ਸ਼ਕਤੀ ਭਰ ਦਿੱਤੀ। ਭਾਵ ਉਹਨੂੰ ਵੀ ਨਾਮ ਨਾਲ ਜੋੜ ਕੇ ਅਤੇ ਉਹਨੂੰ ਆਖਿਆ ਤੂੰ ਨਾਮ ਜਪ ਅਤੇ ਹੋਰਾਂ ਨੂੰ ਵੀ ਨਾਮ ਨਾਲ ਜੋੜ। ਇਸੇ ਤਰ੍ਹਾਂ ਜਦੋਂ ਨਸ਼ਹਿਰਾ ਨਗਰ ਜਿਹੜਾ ਹੈ ਪਾਕਿਸਤਾਨ ਦੇ ਵਿੱਚ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਜਦੋਂ ਦੇ ਉੱਥੇ ਇੱਕ ਫਕੀਰ ਰਹਿੰਦਾ ਸੀ, ਉਹਦਾ ਨਾਮ ਸੀ ਬਾਲ ਬੁਧਾਈ। ਉਹਨੂੰ ਉਹ ਜੋਗੀ ਸੀਗਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਿਵਰਾਤ ਦਾ ਮੇਲਾ ਜਿਹੜਾ ਜਿੱਤਿਆ, ਭਾਵ ਸਿੱਧ ਸਾਰੇ ਉੱਥੇ ਹਾਰ ਗਏ ਨਾ, ਭਾਈ ਗੁਰਦਾਸ ਜੀ ਲਿਖਦੇ ਨੇ ਜਿਨ ਮੇਲਾ ਸ਼ਿਵਰਾਤ ਦਾ ਸਤਿਗੁਰੂ ਪਾਤਸ਼ਾਹ ਜੀ ਮੁਲਤਾਨੇ ਦੀ ਜ਼ਿਆਰਤ ਜਾਈ, ਫਿਰ ਮੁਲਤਾਨ ਵੱਲ ਨੂੰ ਗਏ, ਉੱਥੋਂ ਦੇ ਪੀਰਾਂ ਫਕੀਰਾਂ ਨੂੰ ਵੀ ਸਿੱਧੇ ਰਸਤੇ ਪਾਇਆ। ਤਾਂ ਇਹ ਜਿਹੜਾ ਜੋਗੀ ਸੀ ਬਾਲ ਬੁਧਾਈ ਸੀ, ਇਹ ਵੀ ਜੋਗ ਮਤ ਨੂੰ ਮੰਨਣ ਵਾਲਾ ਸੀ। ਇਹ ਕਹਿੰਦਾ ਵੀ ਉਹਨਾਂ ਜੋਗੀਆਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਹਰਾ ਦਿੱਤਾ ਹੈ, ਜਿੱਤ ਲਿਆ। ਜੇਕਰ ਮੇਰੇ ਕੋਲ ਆਉਣ ਅਤੇ ਮੈਂ ਉਹਨਾਂ ਨਾਲ ਇੱਦਾਂ ਕਰਾਂਗਾ ਜਿਵੇਂ ਦੁੱਧ ਤੋਂ ਮਲਾਈ ਲਾ ਲਈ ਦੀ ਹੈ, ਜਿਵੇਂ ਦੁੱਧ ਤੋਂ ਮਲਾਈ ਲਾ ਲਈ ਦੀ ਹੈ, ਮੈਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਨੂੰ ਖਿੱਚ ਲਵਾਂਗਾ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨੇ ਨੂੰ, ਕਹਿੰਦੇ ਉਹ ਤਾਂ ਇੱਦਾਂ ਕਹਿੰਦਾ ਹੈ, ਪਰ ਅਸੀਂ ਤਾਂ ਇੱਦਾਂ ਕਰਾਂਗੇ ਜਿਵੇਂ ਨਿੰਬੂ ਨਿਚੋੜ ਦੀਦਾ ਹੈ, ਕਿਉਂਕਿ ਦੁੱਧ ਤੋਂ ਮਲਾਈ ਲਾ ਲਓ, ਦੁੱਧ ਫਿਰ ਵੀ ਕੰਮ ਆ ਜਾਂਦਾ ਹੈ, ਪਰ ਜਿਹੜਾ ਨਿੰਬੂ ਨਿਚੋੜਿਆ ਜਾਵੇ ਉਹ ਫਿਰ ਖਾਲੀ ਹੋ ਜਾਂਦਾ, ਬਿਲਕੁਲ ਥੋਥਾ ਹੋ ਜਾਂਦਾ, ਉਹਦੇ ਵਿੱਚ ਕੁਝ ਨਹੀਂ ਰਹਿ ਜਾਂਦਾ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕੇ ਫਿਰ ਉਹਨੂੰ ਵੀ ਸਿੱਧੇ ਰਸਤੇ ਪਾਇਆ। ਉਹਨੂੰ ਵੀ ਕਿਹਾ ਤੂੰ ਫਕੀਰ, ਤੂੰ ਦੁਨੀਆ ਨੂੰ ਰੱਬ ਦੇ ਨਾਮ ਨਾਲ ਜੋੜ, ਤੇਰਾ ਜਿਹੜਾ ਕਰਮ ਹੈ ਐਵੇਂ ਆਪਣੀਆਂ ਸ਼ਕਤੀਆਂ ਦਿਖਾਉਣ ਵਿੱਚ ਨਹੀਂ ਲੱਗੇ ਰਹੀਦਾ, ਇਹ ਤਾਂ ਬਾਜੀਗਰਾਂ ਵਾਲਾ ਕੰਮ ਹੋ ਜਾਂਦਾ, ਤਮਾਸ਼ੇ ਦਿਖਾਉਣ ਕਰਨ ਵਾਲਾ। ਤੂੰ ਫਕੀਰ ਹੈ, ਸਾਧੂ ਹੈ, ਤੇਰਾ ਕੰਮ ਬਣਦਾ ਹੈ, ਫਰਜ਼ ਬਣਦਾ ਹੈ ਰੱਬ ਦੇ ਨਾਮ ਨਾਲ ਲੋਕਾਂ ਨੂੰ ਜੋੜਨਾ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੋਰ ਪਤਾ ਨਹੀਂ ਕਿੰਨਿਆਂ ਕੁ ਨੂੰ ਸ਼ੁਭ ਮਾਰਗ 'ਤੇ ਲਾਇਆ। 100 ਸੁਹਾਗਣ ਨੂੰ, ਉਹ ਵੀ ਫਕੀਰ ਸੀ, ਉਹਨੂੰ ਵੀ ਭੁੱਲਿਆ ਹੋਇਆ ਸੀ, ਉਹਨੂੰ ਵੀ ਸਿੱਧੇ ਰਸਤੇ ਪਾਇਆ ਅਤੇ ਕਿਹਾ ਆਪ ਜਪ ਅਤੇ ਹੋਰਾਂ ਨੂੰ ਜਪਾ। ਮਹਾਰਾਜ ਕਹਿੰਦੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ। ਆਪਣੇ ਬਿਰਦ ਨੂੰ ਸੰਭਾਲਦਿਆਂ ਹੋਇਆਂ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੋਈ ਰਾਜੇ ਰਾਮ ਕੀ ਰਖਵਾਲੀ। ਉਸ ਰਾਜੇ ਰਾਮ ਵਾਹਿਗੁਰੂ ਨਿਰੰਕਾਰ ਨੇ
ਸਾਡੀ ਰਖਵਾਲੀ ਕੀਤੀ ਹੈ। ਆਪ ਉਹ ਵਿੱਚ ਵਰਤਿਆ ਹੈ। ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇ ਸੁਖਾਲੀ ਰਾਓ। ਇਸ ਕਰਕੇ ਭਾਈ ਸਾਰੇ ਹੀ ਵਾਹਿਗੁਰੂ ਦਾ ਨਾਮ ਜਪਿਆ ਕਰੋ। ਵਾਹਿਗੁਰੂ ਸਾਰਿਆਂ ਦੀ ਰੱਖਿਆ ਕਰਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਗੁਣ ਗਾਵੋਗੇ, ਮਨ ਤਨ ਦੇ ਇਹ ਸਰੀਰ ਸੁਖ ਦੇ ਸਹਿਤ ਹੋ ਜਾਣਗੇ। ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਮਨੁੱਖ ਉਹ ਸਰੀਰ ਦੀ ਕੋਈ ਹਾਲਤ ਹੋਵੇ ਤਾਂ ਵੀ ਸੁਖੀ ਹੁੰਦਾ ਹੈ। ਉਹ ਸੰਸਾਰ ਦੀ ਕੋਈ ਵੀ ਹਾਲਤ ਹੋਵੇ ਉਹ ਮਨ ਕਰਕੇ ਵੀ ਸੁਖੀ ਹੈ, ਤਨ ਕਰਕੇ ਵੀ ਸੁਖੀ ਹੈ। ਜੇਕਰ ਆਪਾਂ ਬੰਦਗੀ ਨਹੀਂ ਕਰਦੇ ਤਾਂ ਮਨੁੱਖ ਦੇ ਕੋਲ ਭਾਵੇਂ ਕਿੰਨੇ ਵੀ ਪਦਾਰਥ ਹੋਣ, ਇਹ ਮਨ ਕਰਕੇ ਵੀ ਦੁਖੀ ਰਹਿੰਦਾ ਹੈ ਔਰ ਸਰੀਰ ਕਰਕੇ ਵੀ ਦੁਖੀ ਰਹਿੰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਪਤਤ ਉਦਾਹਰਣ ਸਤਿਗੁਰ ਮੇਰਾ, ਮੋਏ ਤਿਸ ਕਾ ਪਰਵਾਸਾ। ਮੇਰਾ ਸਤਿਗੁਰੂ ਪਤਤਾਂ ਨੂੰ ਉਦਾਹਰਣ ਵਾਲਾ ਹੈ। ਮੈਨੂੰ ਆਪਣੇ ਸਤਿਗੁਰੂ ਦਾ ਆਸਰਾ ਹੈ, ਪੂਰਨ ਭਰੋਸਾ ਹੈ। ਬਖਸ਼ ਲੈ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਮਹਾਰਾਜ ਕਹਿੰਦੇ ਮੇਰੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਬਖਸ਼ ਲੈਂਦੇ ਨੇ। ਕੋਈ ਵੀ ਆ ਕੇ ਅਰਦਾਸ ਕਰੇ, ਬਖਸ਼ ਲੈ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸਾ ਵਾ। ਆਪਣੇ ਸੇਵਕਾਂ ਦੀ ਅਰਦਾਸ ਸੁਣ ਕੇ ਦੂਜਿਆਂ ਨੂੰ ਵੀ ਬਖਸ਼ ਲੈਂਦਾ ਹੈ। ਜਿਵੇਂ ਜਿਸ ਸਮੇਂ ਭਾਈ ਸੱਤਾ ਬਲਵੰਡਾ ਜੀ ਉਹ ਕੀਰਤਨ ਕਰਨ ਤੋਂ ਬਾਗੀ ਹੋ ਗਏ, ਬਹੁਤ ਸਾਰਾ ਕੁਝ ਹੋਇਆ, ਉਹ ਸਾਖੀ ਆਪ ਜਾਣਦੇ ਹੋ। ਤਾਂ ਉਹ ਫਿਰ ਜਦੋਂ ਉਹਨਾਂ ਨੂੰ ਸੰਗਤ ਨੇ ਬਿਲਕੁਲ ਬੁਲਾਉਣਾ ਬੰਦ ਕਰ ਦਿੱਤਾ, ਸਰੀਰ 'ਤੇ ਵੀ ਕੋੜ ਦਾ ਰੋਗ ਹੋ ਗਿਆ, ਬੜੇ ਦੁਖੀ ਹੋਏ। ਫਿਰ ਭਾਈ ਲੱਧੇ ਜੀ ਕੋਲ ਗਏ। ਲਾਹੌਰ ਦਾ ਰਹਿਣ ਵਾਲਾ ਸੀ ਭਾਈ ਲੱਧਾ, ਬੜਾ ਪਰਉਪਕਾਰੀ ਭਾਈ ਲੱਧਾ ਜੀ। ਫਿਰ ਉਹਨਾਂ ਨੂੰ ਵਾਪਸ ਲੈ ਕੇ ਆਇਆ। ਸਤਿਗੁਰੂ ਦਾ ਹੁਕਮ ਸੀ ਜਿਹੜਾ ਇਹਨਾਂ ਨੂੰ ਲੈ ਕੇ ਆਵੇਗਾ, ਇਹਨਾਂ ਦੀ ਗੱਲ ਕਰੇਗਾ, ਉਹਦਾ ਮੂੰਹ ਕਾਲਾ ਕਰਕੇ ਉਹਨੂੰ ਖੋਤੇ 'ਤੇ ਚੜਾਇਆ ਜਾਵੇਗਾ, ਉਹਦਾ ਜਲੂਸ ਕੱਢਿਆ ਜਾਵੇਗਾ। ਭਾਈ ਲੱਧਾ ਜੀ ਉਹ ਸਾਰਾ ਕੁਝ ਕਰਕੇ ਉਸੇ ਤਰ੍ਹਾਂ ਹੀ ਆਏ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਸੀ। ਜਦੋਂ ਪਤਾ ਲੱਗਾ, ਮਹਾਰਾਜ ਭਾਈ ਲੱਧੇ ਨੂੰ ਕਹਿੰਦੇ ਤੁਹਾਨੂੰ ਇਹ ਕਰਨ ਦੀ ਕੀ ਲੋੜ ਸੀ, ਤੁਸੀਂ ਵੈਸੇ ਹੀ ਆ ਜਾਂਦੇ। ਕਹਿੰਦੇ ਮਹਾਰਾਜ ਤੁਹਾਡਾ ਹੁਕਮ ਮੰਨਣਾ ਸੀ, ਤੁਹਾਡਾ ਹੁਕਮ ਸੀ ਵੀ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਨੂੰ ਖੋਤੇ 'ਤੇ ਚੜਾ ਕੇ ਉਹਦਾ ਮੂੰਹ ਕਾਲਾ ਕਰਕੇ ਉਹਦਾ ਜਲੂਸ ਕੱਢਿਆ ਜਾਵੇਗਾ। ਤੋ ਇਸ ਤਰ੍ਹਾਂ ਭਾਈ ਲੱਧਾ ਜੀ ਕਹਿੰਦੇ ਮਹਾਰਾਜ ਇਹਨਾਂ ਨੂੰ ਬਖਸ਼ ਲਓ। ਤਾਂ ਉਸ ਸਮੇਂ ਸਤਿਗੁਰੂ ਜੀ ਕਹਿੰਦੇ ਵੀ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਨਿੰਦਿਆ ਕੀਤੀ ਹੈ। ਜਿਸ ਜ਼ੁਬਾਨ ਨਾਲ ਨਿੰਦਿਆ ਕੀਤੀ ਹੈ ਉਸੇ ਜ਼ੁਬਾਨ ਨਾਲ ਗੁਰੂ ਦੀ ਮਹਿਮਾ ਗਾਣ। ਫਿਰ ਭਾਈ ਸੱਤਾ ਬਲਵੰਡਾ ਜੀ ਉਹਨਾਂ ਨੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਬਾਣੀ ਉਚਾਰਨ ਕੀਤੀ। ਜੋ ਰਾਮਕਲੀ ਰਾਗ ਦੀ ਤੀਸਰੀ ਵਾਰ ਹੈ ਨਾ ਭਾਈ ਸੱਤੇ ਬਲਵੰਡੇ ਦੀ, ਉਸ ਸਮੇਂ ਫਿਰ ਉਹਨਾਂ ਨੇ ਉਹ ਬਾਣੀ ਉਚਾਰਨ ਕੀਤੀ। ਉਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਤੋ ਭਾਈ ਲੱਧਾ ਜੀ ਨੇ ਉਹਨਾਂ ਨੂੰ ਬਖਸ਼ਾਇਆ। ਬਖਸ਼ ਲਏ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਭਾਈ ਲੱਧਾ ਜੀ ਕਹਿੰਦੇ ਮਹਾਰਾਜ ਭਾਵੇਂ ਇਹਨਾਂ ਨੇ ਗੁਨਾਹ ਕੀਤਾ ਹੈ ਪਰ ਤੁਸੀਂ ਬਖਸ਼ ਲਓ। ਤਾਂ ਬਖਸ਼ ਲੈਂਦਾ ਹੈ ਜਦੋਂ ਕੋਈ ਅਰਦਾਸ ਬੇਨਤੀ ਕਰਦਾ। ਸਤਿਗੁਰੂ ਦਾ ਐਸਾ ਬਿਰਧ ਹੈ। ਸੋਠ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪਰਮਾਤਮਾ ਸਦਾ ਹੀ ਬਖਸ਼ਿੰਦ ਹੈ, ਸਭ ਤਰ੍ਹਾਂ ਦੇ ਰੋਗਾਂ ਦਾ ਨਾਸ਼ ਕਰਤਾ। ਜਦੋਂ ਕੋਈ ਵਾਹਿਗੁਰੂ ਦਾ ਲੜ ਪਕੜ ਲੈਂਦਾ ਹੈ ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਰੇ ਮਨ ਓਟ ਲਿਓ ਹਰ ਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੇਂ ਪਦ ਨਿਰਵਾਨਾ। ਹੇ ਮਨ ਵਾਹਿਗੁਰੂ ਦੀ ਓਟ ਲੈ। ਆਪਾਂ ਓਟ ਲੈਂਦੇ ਹਾਂ ਬੰਦਿਆਂ ਦੀ, ਧਾਗਾਂ ਤਵੀਜ਼ਾਂ ਦੀ, ਹੋਰ ਪਾਸੇ ਜੀ ਤੁਰ ਪੈਂਦਾ ਵੀ ਸ਼ਾਇਦ ਮੈਨੂੰ ਉੱਥੋਂ ਕੁਝ ਮਿਲ ਜਾਵੇ। ਬੜਾ ਮਨੁੱਖ ਆਪਣਾ ਸਮਾਂ ਇਸ ਤਰ੍ਹਾਂ ਅਜਾਈਂ ਗਵਾਉਂਦਾ ਹੈ। ਉਹਨਾਂ ਸਮਾਂ ਬੈਠ ਕੇ ਕਿਤੇ ਨਾਮ ਜਪ ਲਿਆ ਹੁੰਦਾ, ਬਾਣੀ ਪੜ੍ਹ ਲਈ ਹੁੰਦੀ ਤੇ ਕਿਰਪਾ ਹੋ ਜਾਣੀ ਸੀ।
महाराज कहते जदों कोई वाहिगुरू की शरण विच आया, वाहिगुरू ने बख्शिया, उहदे सारे रोग निवृत्त कीते। गुर पूरे की सरनी उबरे कारज सगल सवारे। पर वाहिगुरू किन्हां नूं बख्शदा जिहड़े गुरु की शरण विच आ जांदे ने, गुरु की मत लै लैंदे ने। ते महाराज सच्चे पातशाह जी कहते गुरु की शरण विच पैण वालियां दा बचाव हो गया विषय विकारां तों। उन्हां दे सारे कारज सवार दिते। हर जन सिमरिया नाम आधार। उस सेवक ने फिर वाहिगुरू दे नाम नूं सिमरिया, जिहड़ा गुरु की मत दा धारणी हो जाता है। उन्हें नाम नूं अपने जीवन का आधार बना लिया। ताप उतारिया सतगुर पूरै अपनी किरपा धार। अते होमै दा इत्यादक जिहड़ा विषय विकारां दा ताप चढ़िया होया सी, सतगुरु ने वो दूर कर दिता। जदों आपां पूरे वैद कोल जांदे आ ना, वो सानू वेख के नवज फिर दवाई दिंदा है भी ये दवाई इन्नी मात्रा विच खा, तेरा भला होवेगा। इसे तरह जदों आपां पूरे सतगुरु की शरण विच आए तो पूरा सतगुरु सानू नाम की दवाई दिंदा। भाई अंमृत वेले उठ के इशनान करके नाम जप, बाणी पढ़, कर इशनान, सिमर प्रभ अपना, मन तन भये अरोगा। कोट विघन लाथे प्रभ शरणा, प्रगटे भले संजोगा। सारे विघन लै जाते ने, भले संजोग प्रगट हो जाते ने। पिछला तो हिसाब मुक गया, पाप लै गए, दुख रह गए, खत्म हो गए दुख। अगे नूं चंगे जिहड़े ने वो दिन आ जाते ने। वैसे तो दुनिया दीयां सरकारां भी दावा करदियां ने अच्छे दिन आउणगे, पर यह कदे नहीं हुंदा। वाहिगुरू की बंदगी करके तो अच्छे दिन आ सकते हैं, होर किसी तरह नहीं आउंदे। तो महाराज सच्चे पातशाह जी कहते अकाल पुरख वाहिगुरू की कृपा हुई है, बख्शिश हुई है कि वो जिहड़ा होमै दा ताप सी वो लै गया। राओ सदा आनंद करे मेरे भाई, सदा आनंद करे मेरे प्यारे। हरगोबिंद गुर राखिया। जिस समय गुरु हरगोबिंद साहिब महाराज जी बाल अवस्था विचरे सन, उन्होंने भी एक बारी ताप हो गया, बहुत भारी शरीर नूं खेद होया। तो किसी ने आखिया जी तुसीं इदां ये करो, ये करो। महाराज सच्चे पातशाह कहते भाई नहीं, नाम जपो, बाणी पढ़ो। तो पातशाह कहते उस अकाल पुरख वाहिगुरू ने कृपा की है, हरगोबिंद जी नूं ताप तो रखिया की है। गुरु नानक देव महाराज जी ने बख्शिश की है। इस करके महाराज कहते प्यारे गुर सिखो, आनंद करो, वाहिगुरू का नाम जपो। ये गुरु नानक की कला वरती है। हरगोबिंद जी नूं ताप तो उन्हां दी रखिया कीती। वड्डी वडियाई नानक करते की, साच शब्द सत भाखिया। महाराज कहते भाई ये वड्डी वडियाई अकाल पुरख वाहिगुरू दी, धन गुरु नानक देव महाराज जी दी। शब्द विच महाराज कहते असीं सत वचन आखिया है कि जिहड़ा भी गुरु नानक दी शरण पकड़ लैंदा समझ लो रब दी शरण विच आ गया है। जिहड़ा रब की शरण में आ गया उहदी रखिया हुंदी है, उहदी सहायता हुंदी है। हर एक पक्ष तो सतगुरु पातशाह साडी सहायता करते हैं। सोठ महला पंजवा। धन गुरु अर्जन देव जी महाराज फरमान कर रहे हैं, भय कृपाल स्वामी मेरे ते साचे दरबार। ओ मेरे मालक स्वामी वाहिगुरू जी वो साडे ते कृपालू हो गए, उन्होंने बख्शिश की है। सच्चे दरबार वाहिगुरू निरंकार दे दरबार दे विच ऐसी रूहानी बख्शिश मिली है। सतगुरु ताप गवाया भाई, ठांड पई संसार। सतगुरु ने जिहड़ा जीवां नूं होमे दा विषय विकारां दा ताप चढ़िया सी वो दूर कर दिता। बलदा होया तपदा होया संसार ठंड वरत गई। धन गुरु नानक देव जी महाराज। भाई गुरदास जी लिखते ने, बाबा देखै ध्यान धर जलती सब पृथ्वी, दिस आई सारी धरती ते हाहाकार मची सी।
ਸਤਿਗੁਰੂ ਨੇ ਉਹ ਜਾ ਕੇ ਜੀਵਾਂ ਦਾ ਵਿਸ਼ੇ ਵਿਕਾਰਾਂ ਦਾ ਹਉਮੈ ਦਾ ਤਾਪ ਦੂਰ ਕਰਕੇ ਠੰਡ ਵਰਤਾਈ। ਆਪਣੇ ਜੀ ਜਨਤਾ ਪੇ ਰਾਖੇ ਜਮੈ ਕੀਓ ਹਟਦਾਰ। ਆਪਣੇ ਜੀਵ ਜੰਤੂਆਂ ਦੀ ਆਪ ਹੀ ਸੰਭਾਲ ਕੀਤੀ ਹੈ ਅਤੇ ਜਿਹੜੇ ਜਮਦੂਤ ਸਨ ਉਹਨਾਂ ਵੱਲੋਂ ਉਹ ਬੰਦੀ ਕਰ ਦਿੱਤੀ, ਭਾਵ ਉਹ ਵਾਹਿਗੁਰੂ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੇ। ਹਰ ਕੇ ਚਰਨ ਹਿਰਦੈ ਉਰ ਧਾਰ। ਇਸ ਕਰਕੇ ਭਾਈ ਵਾਹਿਗੁਰੂ ਦੇ ਚਰਨਾਂ ਨੂੰ, ਭਾਵ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰੋ। ਸਦਾ ਸਦਾ ਪ੍ਰਭ ਸਿਮਰੀਐ ਭਾਈ, ਦੁਖ ਕਿਲ ਵਿਖ ਕਾਟਣ ਹਾਰ। ਵਾਹਿਗੁਰੂ ਦਾ ਨਾਮ ਸਦਾ ਹੀ ਜਪਣਾ ਹੈ। ਜਿਵੇਂ ਆਪਾਂ ਰੋਟੀ ਪਾਣੀ ਰੋਜ਼ ਹੀ ਖਾਂਦੇ ਹਾਂ, ਇਹ ਤਾਂ ਨਹੀਂ ਵੀ ਜਿਵੇਂ 40 ਦਿਨ ਖਾ ਲਓ ਬਾਕੀ ਦਿਨ ਰਹਿਣ ਦਿਓ। ਕਈ ਇੱਦਾਂ ਕਰਦੇ ਨੇ ਵੀ 40 ਦਿਨ ਨਾਮ ਜਪਣਾ, 40 ਦਿਨ ਗੁਰਦੁਆਰੇ ਜਾਣਾ, ਮੁੜ ਕੇ ਕਹਿੰਦੇ ਨਹੀਂ ਜਾਣਾ, ਜਾਂ ਸਵਾ ਮਹੀਨਾ ਜਾਂ 21 ਦਿਨ ਕਈ ਇੱਦਾਂ ਕਰਦੇ ਨੇ। ਜਾਂ ਕਈਆਂ ਨੇ ਬੰਨਿਆ ਵੀ ਸੰਗਰਾਂਦ ਨੂੰ ਹੀ ਜਾਣਾ ਹੈ, ਕਹਿੰਦੇ ਸੰਗਰਾਂਦ ਨੂੰ ਲਾਜ਼ਮੀ ਜਾਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਸਦਾ ਹੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ, ਸਦਾ ਹੀ ਗੁਰੂ ਦਾ ਲੜ ਪਕੜ ਕੇ ਰੱਖਣਾ ਹੈ। ਸਾਰੇ ਦੁੱਖਾਂ ਨੂੰ ਕਿਲਵਿਖਾਂ ਨੂੰ ਕੱਟਣ ਵਾਲਾ ਹੈ। ਰਹਾਓ ਤਿਸ ਕੀ ਸਰਣੀ ਉਬਰੈ ਭਾਈ, ਜਿਨ ਰਚਿਆ ਸਭ ਕੋ। ਇਸ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਜੀਵ ਦਾ ਭਲਾ ਹੋ ਸਕਦਾ ਹੈ, ਜਿਸ ਨੇ ਸਾਰਾ ਕੁਝ ਰਚਿਆ। ਕਰਨ ਕਾਰਨ ਸਮਰੱਥ ਸੋ ਭਾਈ, ਸੱਚੈ ਸੱਚੀ ਸੋਇਓ। ਵਾਹਿਗੁਰੂ ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਹੈ ਤੇ ਉਸ ਵਾਹਿਗੁਰੂ ਦੀ ਸੋਭਾ ਸੱਚੀ ਹੈ। ਨਾਨਕ ਪ੍ਰਭੂ ਧਿਆਈਐ ਭਾਈ, ਮਨ ਤਨ ਸੀਤਲ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਧਿਆਓ। ਇਹ ਪ੍ਰੈਕਟੀਕਲ ਕਰਕੇ ਵੇਖ ਲਓ। ਮਹਾਰਾਜ ਕਹਿੰਦੇ ਭਾਈ ਜਿਹੜਾ ਨਾਮ ਜਪੇਗਾ ਉਹਦਾ ਮਨ ਤਨ ਸੀਤਲ ਹੋਵੇਗਾ, ਮਨ ਤਨ ਕਰਕੇ ਉਹ ਸੁਖੀ ਹੋਵੇਗਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।